ਸੋ ਫਰੈਂਡ ਸਾਡੇ ਨਾਲ ਅੱਜ ਮੌਜੂਦ ਨੇ ਕੋਆਪਰੇਟਿਵ ਇੰਸਪੈਕਟਰ। ਹਾਂਜੀ, ਕੋਆਪਰੇਟਿਵ ਇੰਸਪੈਕਟਰ ਦੀਆਂ ਭਰਤੀਆਂ ਨਿਕਲੀਆਂ ਹੋਈਆਂ ਨੇ। ਸੋ ਅੱਜ ਸਾਡੇ ਨਾਲ ਮੌਜੂਦ ਨੇ ਕੋਆਪਰੇਟਿਵ ਇੰਸਪੈਕਟਰ ਲੱਗੇ ਹੋਏ ਨੇ। ਸੋ ਰਾਜ ਔਰ ਇਹਨਾਂ ਨੂੰ ਆਪਾਂ ਜੋ ਹੈ ਇਹ ਆਇਡੈਂਟੀਟੀ ਆਪਣੀ ਰਿਵੀਲ ਨਹੀਂ ਕਰਨਾ ਚਾਹੁੰਦੇ। ਸੋ ਆਪਾਂ ਇਹਨਾਂ ਨੂੰ ਇੱਕ ਕਹਿ ਲਓ ਕਿ ਬੋਗਸ ਨਾਮ ਦੇ ਨਾਲ ਜਿਹੜਾ ਹੈਗਾ ਵਾ ਉਹ ਗੱਲ ਕਰਾਂਗੇ। ਸੋ ਰਾਜ ਕੁਛ ਤੁਸੀਂ ਜਾਣਦੇ ਆ ਕਿ ਹੁਣ ਆਪਣੀ ਕੋਆਪਰੇਟਿਵ ਇੰਸਪੈਕਟਰ ਦੀਆਂ ਜਿਹੜੀਆਂ ਭਰਤੀਆਂ ਨਿਕਲਣ ਵਾਲੀਆਂ ਵਾ, ਸੋ ਬਾਰੇ ਬਹੁਤ ਸਟੂਡੈਂਟਸ ਨੂੰ ਹੁੰਦਾ ਵਾ ਕਿ ਕਿਸ ਤਰੀਕੇ ਦਾ ਜੌਬ ਪ੍ਰੋਫਾਈਲ ਆ, ਕਿਸ ਤਰੀਕੇ ਦਾ ਉਹਨੂੰ ਕੰਮ ਕਰਨਾ ਪੈਂਦਾ ਵਾ, ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਹੈਂਡਲ ਕਰਨਾ ਪੈਂਦਾ ਵਾ। ਠੀਕ ਹੈ, ਸੋ ਇਹ ਜਾਣਨ ਲਈ ਉਹ ਹਮੇਸ਼ਾ ਜਿਹੜਾ ਹੈਗਾ ਵਾ ਉਤਸੁਕ ਰਹਿੰਦੇ ਆ। ਠੀਕ ਹੈ, ਸੋ ਤੁਸੀਂ ਇਹਦੇ ਉੱਤੇ ਕੁਝ ਲਾਈਟ ਪਾਓਗੇ ਕਿ ਕੀ ਜੋ ਤੁਹਾਡੀ ਜੌਬ ਆ ਕੀ ਇਹਦਾ ਨੇਚਰ ਆ? ਸਰ ਆਈ ਵਾਂਟ ਟੂ ਸਟਾਰਟ ਇਟ ਫਰੋਮ ਦਾ ਸਕ੍ਰੈਚ। ਵੀ ਸਭ ਤੋਂ ਪਹਿਲਾਂ ਵੀ ਜੌਬ ਦੇ ਦੋ ਪ੍ਰੋਫਾਈਲਸ ਹੈ, ਇੱਕ ਤਾਂ ਆਫਿਸ ਪ੍ਰੋਫਾਈਲ ਹੈ, ਇੱਕ ਫੀਲਡ ਪ੍ਰੋਫਾਈਲ ਹੈ। ਆਫਿਸ ਤਾਂ ਥੋੜੀ ਹੈ ਐਸਏ ਦੀ ਪ੍ਰੋਫਾਈਲ। ਐਸਏ ਮੀਨ ਸਟੈਟਿਸਟੀਕਲ ਅਸਿਸਟੈਂਟ। ਉਹਦੇ ਚ ਕੀ ਹੁੰਦਾ ਵੀ ਤੁਹਾਨੂੰ ਜਿਹੜੇ ਮਤਲਬ ਜਿਹੜੇ ਏਆਰ ਦੇ ਨੀਚੇ ਇੰਸਪੈਕਟਰ ਆ ਰਹੇ, ਅਸਿਸਟੈਂਟ ਰਜਿਸਟਰਾਰ ਦੇ ਨੀਚੇ ਇੰਸਪੈਕਟਰ ਆ ਰਹੇ ਕੋਆਪਰੇਟਿਵ ਸੁਸਾਇਟੀਜ਼, ਉਹ ਤੁਹਾਨੂੰ ਫੀਲਡ ਤੋਂ ਰਿਪੋਰਟ ਦੇਣਗੇ ਤੇ ਸਟੈਟਿਸਟੀਕਲ ਅਸਿਸਟੈਂਟ ਉਸਨੂੰ ਕੋਲੇਟ ਕਰਕੇ ਏਆਰ ਸਰਕਲ ਲੈਵਲ ਤੇ ਉਹਨੂੰ ਪ੍ਰੈਜ਼ੈਂਟ ਕਰੇਗਾ। ਓਕੇ, ਦੈਨ ਨੈਕਸਟ ਹਾਇਰਾਰਕੀ, ਫਿਰ ਉਹ ਅੱਗੇ ਤੋਂ ਨੈਕਸਟ ਉੱਪਰ ਹਾਇਰ ਅਥਾਰਟੀਜ਼ ਤੱਕ ਜਾਂਦੀ ਹੈ ਰਿਪੋਰਟ ਉਹ। ਓਕੇ ਓਕੇ, ਸੋ ਤੁਹਾਡੀ ਜਿਹੜੀ ਹੈਗੀ ਆ ਉਹ ਏਐਸ ਵਾਲੀ ਪੋਸਟ ਆ? ਹਾਂ ਨਹੀਂ ਸਰ, 1 ਸਾਲ ਮੈਂ ਪਹਿਲੇ ਐਸਏ ਦਾ ਕੰਮ ਵੀ ਕਰਿਆ, ਫਿਰ ਉਸ ਤੋਂ ਬਾਅਦ ਫਿਰ ਮੈਂ ਫੀਲਡ ਟ੍ਰਾਂਸਫਰ ਕਰਵਾ ਲਈ ਸੀ ਸਰ। ਓਕੇ ਓਕੇ, ਤੁਸੀਂ ਪਹਿਲਾਂ ਐਸਏ ਦਾ ਕੰਮ ਕਰਿਆ, ਹੁਣ ਤੁਸੀਂ ਫੀਲਡ ਦੇ ਵਿੱਚ? ਹਾਂਜੀ ਹਾਂਜੀ, ਐਸਏ ਥੋੜਾ ਐਕਸਪੋਜ਼ਰ ਘੱਟ ਹੈ। ਓਕੇ, ਕਿ ਤੁਸੀਂ ਆਫਿਸ ਨਾਲ ਡੀਲ ਕਰਦੇ ਹੋ, ਨੋ ਡਾਊਟ ਲਿੰਕ ਅੱਛੇ ਬੰਦੇ ਹੈ, ਪਰ ਗਰਾਊਂਡ ਲੈਵਲ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਕਿਵੇਂ ਹੁੰਦਾ ਹੈ। ਪਹਿਲਾਂ ਮੇਰੇ ਖਿਆਲ ਨਾਲ ਗਰਾਊਂਡ ਦਾ ਕੁਝ ਐਕਸਪੋਜ਼ਰ ਹੋਵੇ, ਅਸਲ ਰੀਅਲ ਚੀਜ਼ਾਂ ਕਿੱਦਾਂ ਹੁੰਦੀਆਂ, ਫਿਰ ਐਸਏ ਦੀ ਕਹਿ ਲਓ ਕਿ ਜੌਬ ਲੈਣ ਦਾ ਜ਼ਿਆਦਾ ਰੈਲੇਵੈਂਸੀ ਬਣਦੀ ਹੈ ਨਾ। ਰਾਈਟ, ਮਤਲਬ ਜਿਹੜਾ ਵੀ ਐਸਏ ਹੋਵੇ ਐਟਲੀਸਟ ਉਹਨੂੰ ਜੋ ਵੀ ਅਗਰ ਚੀਜ਼ਾਂ ਥੱਲੇ ਉਹ ਕੋਲੇਟ ਕਰ ਰਿਹਾ ਤਾਂ ਉਹਨੂੰ ਪਤਾ ਤਾਂ ਹੋਵੇ ਵੀ ਅਸਲ ਲੈਵਲ ਦੇ ਵਿੱਚ ਚੀਜ਼ਾਂ ਹੁੰਦੀਆਂ ਕਿਵੇਂ ਆ। ਹਾਂਜੀ ਹਾਂਜੀ ਸਰ। ਆਲ ਰਾਈਟ, ਗੁੱਡ। ਸੋ ਤੁਸੀਂ ਇਸੇ ਕਰਕੇ ਜੋ ਹੈ ਐਸਏ ਤੋਂ ਫੀਲਡ ਦੇ ਵਿੱਚ ਆ ਗਏ? ਹਾਂਜੀ ਸਰ, ਕਿਉਂਕਿ ਐਸਏ ਚ ਤਾਂ ਐਵੇਂ ਸੀਗਾ ਵੀ ਸਿਰਫ ਨੀਚੇ ਰਿਪੋਰਟ ਆ ਗਈਆਂ, ਅਸੀਂ ਐਕਸਲ ਤੇ ਬੈਠੇ ਹਾਂ, ਐਕਸਲ ਤੇ ਨੰਬਰ ਆਫ ਰਿਪੋਰਟਸ ਰੋਜ਼ ਬਣਦੀਆਂ ਸੀਗੀਆਂ, ਉਹ ਅਸੀਂ ਬਣਾਇਆ ਤੇ ਈਮੇਲ ਤੇ ਸੈਂਡ ਕਰਤਾ। ਕੁਝ ਨਵਾਂ ਨਹੀਂ ਮਿਲ ਰਿਹਾ ਸੀ, ਐਕਸਪੋਜ਼ਰ ਨਹੀਂ ਕਰਨ ਨੂੰ ਮਿਲ ਰਿਹਾ ਸੀ, ਤਾਂ ਕਰਕੇ ਸਰ। ਓਕੇ 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 ਓਕੇ, ਰਾਈਟ। ਸੋ ਹੋਰ ਕੀ ਤੁਹਾਨੂੰ ਇਹਦੇ ਵਿੱਚ ਫਰਕ ਲੱਗਾ ਜੋ ਐਸਏ ਵਾਲਾ ਪ੍ਰੋਫਾਈਲ ਐਂਡ ਜੋ ਫੀਲਡ ਪ੍ਰੋਫਾਈਲ ਦੇ ਵਿੱਚ? ਸਰ ਇੱਕ ਮੈਂ ਤੁਹਾਨੂੰ ਪ੍ਰੈਕਟੀਕਲ ਐਗਜ਼ਾਮਪਲ ਦੱਸਣਾ ਚਾਹੁੰਦਾ ਵੀ ਜੋ ਅਸੀਂ ਸੋਸ਼ਲ ਆਡਿਟ ਵਗੈਰਾ ਸਕੀਮਾਂ ਪੜ੍ਹਦੇ ਸੀ ਗਵਰਨਮੈਂਟ ਦੀਆਂ, ਵੀ ਸੋਸ਼ਲ ਆਡਿਟ ਐਵੇਂ ਹੁੰਦਾ, ਉਸ ਟਾਈਮ ਜਦੋਂ ਸਾਡੀ ਨਵੀਂ ਰਿਕਰੂਟਮੈਂਟ ਹੋਈ ਸੀ, ਉਸ ਤੋਂ ਪਹਿਲੇ ਜਾਂਦੇ ਸਾਰੀ ਸਾਡੀ 3 ਜਾਂ 4 ਮਹੀਨੇ ਟ੍ਰੇਨਿੰਗ ਹੋਈ ਸੀਗੀ ਚੰਡੀਗੜ੍ਹ, ਤੇ ਉਸ ਤੋਂ ਬਾਅਦ ਫਿਰ ਸਾਨੂੰ ਮਤਲਬ ਉਸ ਟਾਈਮ ਸਾਨੂੰ ਸਿਰਫ ਬੇਸਿਕ ਲਾਅ ਵਗੈਰਾ ਦੱਸਿਆ ਗਿਆ ਵੀ ਕਿਸ ਦੇ ਆਧਾਰ ਤੇ ਕੋਆਪਰੇਟਿਵ ਸੈਕਟਰ ਸਾਰਾ ਖੜਾ ਹੈ, ਬੇਸਿਕ ਕੰਪਿਊਟਰ ਟ੍ਰੇਨਿੰਗ ਦਿੱਤੀ ਗਈ ਤੇ ਸਕੂਲਸ ਪੜ੍ਹਾਏ ਗਏ, ਉਹ ਵੀ ਬਹੁਤ ਅੱਛੇ ਸੀਗੇ ਕਾਫੀ। ਟੀਚਰ ਸਾਨੂੰ ਹੁਣ ਤੱਕ ਹੈਲਪ ਕਰਦੇ ਆ ਰਹੇ ਆ ਵੀ ਕਿਵੇਂ ਤੁਹਾਨੂੰ ਅੱਗੇ। ਉਸ ਤੋਂ ਬਾਅਦ ਫਿਰ ਜੇ ਅਸੀਂ ਜੌਬ ਚ ਆਏ ਤਾਂ ਉਹਦੇ ਚ ਹੁਣ ਸਾਨੂੰ ਨਾ ਉਹ ਦੱਸਿਆ ਵੀ ਹੁਣ ਗਵਰਨਮੈਂਟ ਦੇ ਲੋਨ ਵੇਵਰ ਸਕੀਮ ਸ਼ੁਰੂ ਹੋਈ ਸੀ 2017 ਚ, ਤੇ ਉਸ ਸਾਨੂੰ ਬਿਲਕੁਲ ਵੀ ਨਹੀਂ ਅੰਦਾਜ਼ਾ ਸੀਗਾ ਵੀ ਗਰਾਊਂਡ ਤੇ ਕਿਵੇਂ ਕੰਮ ਕਰਨਾ ਹੈ। ਫਿਰ ਸਾਡੇ ਜਿਹੜੇ ਸਬਆਰਡੀਨੇਟ ਸੀਗੇ, ਜਿਹੜੇ ਕੋਆਪਰੇਟਿਵ ਸੁਸਾਇਟੀ ਦਾ ਇੱਕ ਸੈਕਟਰੀ ਹੁੰਦਾ ਜਿਹੜਾ ਸਾਰਾ ਮੈਨੇਜ ਕਰਦਾ, ਜਾਂ ਮੈਨੇਜਰ ਕਹਿ ਲਓ। ਤੇ ਉਸ ਟਾਈਮ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਲਿਸਟਾਂ ਬਣਾਓ, ਜਿਹੜਾ ਸਰਕਾਰ ਦਾ ਪੈਟਰਨ ਸੀਗਾ ਵੀ ਗਵਰਨਮੈਂਟ ਨੇ ਸਾਨੂੰ ਇੱਕ ਪਰਫਾਰਮਾ ਦਿਆ ਸੀ, ਉਸ ਹਿਸਾਬ ਨਾਲ ਵੀ ਇਹਨਾਂ ਦੇ ਐਲੀਜੀਬਿਲਟੀ ਦੇਖਣੀ ਹੈ ਜਾਂ ਇਸ ਨੂੰ ਉਹਦੇ ਚ ਪਾਉਣਾ ਹੈ, ਪਰਫਾਰਮੇ ਭਰ ਕੇ ਅਸੀਂ ਦੇਣੇ ਸੀਗੇ ਹਾਇਰ ਅਥਾਰਟੀਜ਼ ਨੂੰ। ਉਸ ਤੋਂ ਬਾਅਦ ਇੱਕ ਨਾਲ ਹੀ ਮਤਲਬ ਇੰਟਰਲਿੰਕ ਸੀ ਡਿਪਾਰਟਮੈਂਟ, ਰੈਵਨਿਊ ਡਿਪਾਰਟਮੈਂਟ ਵੀ ਇਨਵੋਲਵ ਹੋ ਗਿਆ ਨਾਲ, ਤੇ ਹਰ ਮਤਲਬ ਐਸਡੀਐਮ ਸਾਹਿਬ ਵੀ ਸੀਗੇ, ਸਾਰੇ ਨਾਲ ਸੀ। ਉਸ ਟਾਈਮ ਉਹਨਾਂ ਨੇ ਵੀ ਸਾਨੂੰ ਦੱਸਿਆ ਵੀ ਇਹ ਵੀ ਠੀਕ ਹੈ, ਅਸੀਂ ਓਕੇ ਕਰਤੀਆਂ ਲਿਸਟਾਂ, ਇਹ ਐਲੀਜੀਬਲ ਬੈਨੀਫਿਸ਼ਰੀਆਂ, ਉਹਨਾਂ ਨੇ ਡਬਲ ਚੈੱਕ ਕਰਿਆ। ਉਸ ਤੋਂ ਬਾਅਦ ਫਿਰ ਉਹਨੇ ਸਾਨੂੰ ਕਿਹਾ ਤੁਸੀਂ ਨਾ ਸੋਸ਼ਲ ਆਡਿਟ ਕਰਵਾਓ ਵਿਲੇजेस ਵਾਈਜ਼ ਜਾ ਕੇ, ਖੁਦ ਜਾ ਕੇ। ਹੁਣ ਸਾਨੂੰ ਪਤਾ ਨਹੀਂ ਨੇ ਕਿ ਅਨਾਉਂਸ ਕਰਤਾ, ਉੱਥੇ ਜਿਨ੍ਹਾਂ ਦੇ ਨਾਮ ਕੱਟ ਗਏ ਉਹ ਸਾਨੂੰ ਕਹਿਣ ਵੀ ਤੁਸੀਂ ਸਾਡੇ ਨਾਮ ਕਿਉਂ ਕੱਟਤੇ, ਕਿਉਂਕਿ ਜਿਹੜਾ ਤਾਂ ਐਲੀਜੀਬਲ ਸੀ ਉਹ ਤਾਂ ਆ ਗਿਆ। ਹੁਣ ਕਈ ਬੰਦਿਆਂ ਦੇ ਮੈਂਬਰ ਸਕਰੂਟਨੀ ਵਾਸਤੇ ਉਧਰੋਂ ਰੈਵਨਿਊ ਡਿਪਾਰਟਮੈਂਟ ਵੱਲੋਂ ਰੋਕ ਲਏ ਗਏ ਵੀ ਇੱਕ ਵਾਰੀ ਇਹਨਾਂ ਦੀ ਚੈੱਕ ਕਰ ਲਈਏ, ਕਿਉਂਕਿ ਉਸ ਟਾਈਮ ਲੋਕ ਨਾ ਬਾਈਫਰਕੇਸ਼ਨ ਕਰਾਉਣ ਲੱਗ ਗਏ ਸੀ ਲੈਂਡ ਦੀ ਸਾਰੀ, ਕਿਉਂਕਿ ਐਲੀਜੀਬਲ ਸੀ ਫਿਰ ਤੋਂ ਕੱਟ ਵਾਲੇ ਤਾਂ ਸਾਰੇ ਆਪਣੇ ਜਿਹੜੇ 10-10 ਏਕੜ ਵਾਲੇ ਸੀਗੇ ਉਹ ਘਟਾ ਕੇ ਕਰਨ ਲੱਗ ਗਏ। ਤਾਂ ਬਸ ਉਸ ਤੋਂ ਬਾਅਦ ਫਿਰ ਇਹ ਸਾਡਾ ਐਕਸਪੀਰੀਅੰਸ ਸੀਗਾ ਪਹਿਲਾਂ। ਫਿਰ ਵੀ ਅਸੀਂ ਫੀਲਡ 'ਚ ਗਏ,
ਇੰਨੇ ਲੋਕਾਂ ਨੂੰ ਅਸੀਂ ਉੱਥੇ ਵੀ ਸੰਬੋਧਨ ਕਰਨਾ, ਵੀ ਕਿਵੇਂ ਸੰਭਾਲਣਾ, ਹੈਂਡਲ ਕਰਨਾ ਵਿਦਆਊਟ ਉੱਪਰ ਅਥਾਰਟੀਜ਼ ਨੂੰ ਵੀ ਤੰਗ ਨਹੀਂ ਕਰਨਾ ਵੀ ਨੀਚੇ ਗਰਾਊਂਡ ਤੇ ਕਿਆ ਹੋ ਗਿਆ, ਨਾ ਮੈਸ ਅਪ ਕਰਨਾ, ਔਰ ਗਵਰਨਮੈਂਟ ਦੀ ਗਾਈਡਲਾਈਨ ਐਡਹਰੈਂਸ ਰੱਖਣੀ ਪੂਰੀ। ਸੋ ਰਾਹੁਲ, ਇਸ ਵਧੀਆ ਲੱਗਿਆ ਤੁਹਾਡਾ ਐਕਸਪੀਰੀਅੰਸ। ਇੱਕ ਮੇਨ ਜੋ ਚੀਜ਼ ਹੈ, ਅਗਰ ਕਰੀ ਜ਼ਿਆਦਾਤਰ ਤੁਸੀਂ ਦੇਖੋਗੇ ਕਿ ਜ਼ਿਆਦਾਤਰ ਅਗਰ ਕੋਆਪਰੇਟਿਵ ਇੰਸਪੈਕਟਰ ਹੋਣਗੇ ਉਹ ਤਾਂ ਜ਼ਿਆਦਾ ਫੀਲਡ ਦੇ ਵਿੱਚ ਹੀ ਹੋਣਗੇ, ਠੀਕ ਹੈ? ਹਾਂਜੀ ਹਾਂਜੀ ਰਾਈਟ। ਸੋ ਫੀਲਡ ਜੌਬ ਦੇ ਵਿੱਚ ਅਗਰ ਕੁਝ ਕੋਰ ਅਗਰ ਰਿਸਪੌਂਸਿਬਿਲਟੀਜ਼ ਤੁਹਾਡੀਆਂ ਕੀ ਰਹਿੰਦੀਆਂ ਨੇ, ਬੇਸਿਕਸ ਅਗਰ ਪਹਿਲਾਂ ਤਾਂ ਜਿਹਨੂੰ ਕਿਹਾ ਜਾਵੇ, ਬੇਸਿਕਸ? ਤੇ ਸੁਸਾਇਟੀ ਨੂੰ ਯੂਰੀਆ ਡੀਏਪੀ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ, ਉਹ ਦੇਖਣਾ ਵੀ ਜਿਹੜਾ ਐਕਚੁਅਲ ਬੈਨੀਫੀਸ਼ੀਅਰੀ ਹੈ ਸੁਸਾਇਟੀ ਦਾ ਉਸੇ ਨੂੰ ਹੀ ਮਿਲੇ, ਉਹ ਆਊਟਸਾਈਡ ਮਾਰਕੀਟ 'ਚ ਡਾਇਵਰਟ ਨਾ ਹੋਏ। ਓਕੇ, ਲੀਕੇਜ ਰੋਕਣੀ ਹੈ ਨਾ। ਹਾਂਜੀ ਹਾਂਜੀ। ਤੇ ਸੈਕਿੰਡ, ਜਿਹੜੀ ਗਵਰਨਮੈਂਟ ਦੀ ਸਕੀਮ ਸਪੈਸੀਫਿਕਲੀ ਟਾਰਗੇਟਡ ਹੈ ਉਹਦੇ ਕੋਆਪਰੇਟਿਵ ਸੁਸਾਇਟੀਜ਼ ਵਾਸਤੇ, ਉਹ ਉਹਦੇ ਲਈ ਹੀ ਮਿਲੇ। ਜਿਵੇਂ ਸਰ ਸਬਸਿਡਾਈਜ਼ ਇਹਨਾਂ ਨੂੰ ਸ਼ੂਗਰ, ਇਹ ਚੀਜ਼ਾਂ ਜਿਹੜੀ ਆਪਣੇ ਕਮਰਸ਼ੀਅਲ ਗੁੱਡਸ ਹੁੰਦੇ ਆ ਉਹਨਾਂ ਨੂੰ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ ਕਈ ਜਗ੍ਹਾ ਤੇ, ਤੇ ਉਹ ਐਕਚੁਅਲ ਬੈਨੀਫੀਸ਼ੀਅਰੀ ਨੂੰ ਸਸਤੇ ਰੇਟ ਤੇ ਮਿਲਦੀਆਂ। ਜਿਵੇਂ ਯੂਰੀਆ ਮਾਰਕੀਟ ਰੇਟ 'ਚ ਕਈ ਵਾਰ ਮਹਿੰਗਾ ਮਿਲਦਾ ਹੈ, ਪਰ ਉਰੇ 266 ਰੁਪਈਸ ਦਾ ਥੈਲਾ ਮਿਲ ਜਾਂਦਾ ਹੈ। ਬੇਸਿਕਲੀ ਤੁਸੀਂ ਆਡਿਟ ਕਰਨਾ ਵਾ ਕਿ ਜੋ ਵੀ ਉਹ ਉੱਥੋਂ ਸਮਾਨ ਜਾ ਰਿਹਾ ਵਾ, ਉਹ ਜੋ ਐਕਚੁਅਲ ਬੈਨੀਫੀਸ਼ੀਅਰੀ ਹੋਣੇ ਚਾਹੀਦੇ ਉਹਨਾਂ ਨੂੰ ਜਾ ਰਿਹਾ ਵਾ, ਨਾ ਕਿ ਉਹਨਾਂ ਦੇ ਨਾਮ ਉੱਤੇ ਕਿਤੇ ਹੋਰ ਬਾਹਰ ਜਾ ਰਿਹਾ ਵਾ। ਬਿਲਕੁਲ। ਔਰ ਸਰ ਇਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਹੁੰਦੀ ਹੈ ਜੋ ਕਿ ਕੁਆਟਰਲੀ ਕਰੀ ਜਾਂਦੀ ਹੈ। ਇੱਕ ਤਾਂ ਇਹੀ ਕੰਮ, ਮਤਲਬ ਇਹੀ ਮੇਨ ਕੰਮ ਹੈ। ਉਸ ਤੋਂ ਬਾਅਦ ਇੰਸਪੈਕਸ਼ਨਸ ਹੋ ਗਈਆਂ ਸਰ, ਵੀ ਇੰਸਪੈਕਸ਼ਨ ਦਾ ਇੱਕ ਪਰਫਾਰਮਾ ਹੁੰਦਾ ਹੈ, ਉਸ ਹਿਸਾਬ ਨਾਲ ਸੁਸਾਇਟੀਆਂ ਨੂੰ ਅਸੀਂ ਇੰਸਪੈਕਟ ਕਰਨਾ ਹੁੰਦਾ ਵੀ ਕਿਸ ਪੈਰਾਮੀਟਰਸ ਤੇ ਉਹ ਖੜੀ ਹੈ। ਓਕੇ ਓਕੇ। ਸੋ ਫਿਜ਼ੀਕਲੀ ਮਤਲਬ ਇੱਕ ਜਿੰਨਾ ਕਹਿ ਲਓ ਕਿ ਅਕਾਊਂਟਸ ਇੱਕ ਚੈੱਕ ਕਰਨਾ ਵੀ ਜਿੰਨਾ ਉਹਨਾਂ ਨੇ ਕਾਗਜ਼ਾਂ ਦੇ ਉੱਤੇ ਚਾੜਿਆ ਵਾ, ਤੇ ਜੋ ਕਾਗਜ਼ਾਂ ਦੇ ਉੱਤੇ ਸਟਾਕ ਸ਼ੋ ਕਰ ਰਹੇ ਆ ਕਿ ਉਹਨਾਂ ਕੋਲ ਫਿਜ਼ੀਕਲੀ ਉਹਨਾਂ ਸਟਾਕ ਹੈ। ਇੱਕ ਤਾਂ ਇਹ ਚੀਜ਼ ਹੋ ਗਈ ਹੈ ਫਿਜ਼ੀਕਲ ਚੈੱਕ ਕਰਨਾ। ਦੂਸਰਾ ਜਿਹੜਾ ਤੁਸੀਂ ਕੀ ਦੱਸਿਆ ਕਿ ਜੋ ਵੀ ਕੋਆਪਰੇਟਿਵ ਸੁਸਾਇਟੀਆਂ ਦੀ ਮਤਲਬ ਇੱਕ ਤਰ੍ਹਾਂ ਜੋ ਪੈਰਾਮੀਟਰਸ ਆ, ਠੀਕ ਆ, ਜਾਂ ਜੋ ਇੱਕ ਤਰੀਕੇ ਨਾਲ ਮੇ ਬੀ ਉਹਨਾਂ ਦੀ ਹੈਲਥ ਮੇਜਰ ਕਰਨ ਲਈ ਗਵਰਨਮੈਂਟ ਨੇ ਇੱਕ ਸਟੈਂਡਰਡ ਬਣਾਏ ਹੋਣਗੇ, ਠੀਕ ਹੈ? ਸੋ ਉਹਨਾਂ ਨੂੰ ਤੁਸੀਂ ਚੈੱਕ ਕਰਦੇ ਆ, ਠੀਕ ਹੈ, ਕਿ ਦੇ ਆਰ ਫੰਕਸ਼ਨਿੰਗ ਵੈਲ। ਹਾਂਜੀ, ਕਿਉਂਕਿ ਸਰ ਹੁਣ ਕੰਪਿਊਟਰਾਈਜੇਸ਼ਨ ਹੋਣ ਤੋਂ ਬਾਅਦ ਕਾਫੀ ਬੈਨੀਫਿਟ ਹੋਇਆ ਸੁਸਾਇਟੀਜ਼ ਦਾ। ਹੁਣ ਜਿਹੜਾ ਆਪਾਂ ਨੇ ਡੀਏਪੀ ਵਗੈਰਾ ਜੋ ਆਉਂਦਾ ਹੈ ਸਬਸਿਡਾਈਜ਼ ਰੇਟ ਤੇ ਫਰਟੀਲਾਈਜ਼ਰ ਆਨੇ, ਇਹ ਵੀ ਈਜ਼ੀਲੀ ਟਰੈਕ ਹੋ ਜਾਂਦੇ ਕਿਉਂਕਿ ਹੁਣ ਪੌਸ ਮਸ਼ੀਨਸ ਆ ਗਈਆਂ, ਪੁਆਇੰਟ ਆਫ ਸੇਲ ਮਸ਼ੀਨਸ ਆ ਗਈਆਂ ਹਰ ਇੱਕ ਸੁਸਾਇਟੀ ਦੇ, ਉਹ ਫਿੰਗਰਪ੍ਰਿੰਟ ਨਾਲ ਹੀ ਦਿੱਤਾ। ਮੇਰੇ ਹਿਸਾਬ ਨਾਲ ਤਾਂ ਬਸ ਐਵੇਂ ਸਰ ਵੀ ਬੇਸਿਕ ਡਿਊਟੀਜ਼ ਜਿਹੜੀ ਹੈਗੀਆਂ ਉਹੀ ਬਹੁਤ ਜ਼ਿਆਦਾ ਹੋ ਜਾਂਦੀਆਂ। ਜਿਵੇਂ ਸਰ ਕਈ ਵਾਰ ਸਾਨੂੰ ਕੋਰਟ ਕੇਸਿਸ ਵਿੱਚ ਜਾਣਾ ਪੈਂਦਾ ਜੀ, ਅਸਿਸਟੈਂਟ ਰਜਿਸਟਰਾਰ ਪਾਰਟੀ ਹੁੰਦਾ ਹੈ, ਤਾਂ ਉਹਦੇ ਸਾਨੂੰ ਕਹਿ ਦਿੰਦੇ ਤੁਸੀਂ ਜਾ ਕੇ ਆਓ ਵੀ ਡਿਪਾਰਟਮੈਂਟ ਤਰਫ ਤੋਂ, ਤੇ ਉਹ ਡਿਊਟੀਜ਼ ਹੋ ਗਈਆਂ, ਪਲੱਸ ਇੰਸਪੈਕਸ਼ਨਸ ਹੋ ਗਈਆਂ। ਉਸ ਤੋਂ ਬਾਅਦ ਇਹ ਰਿਪੋਰਟਿੰਗ ਕਰਨੀ ਹਰ ਰੋਜ਼ ਦੀ ਵੀ ਕਿੰਨਾ ਯੂਰੀਆ ਡੀਏਪੀ ਸੀਜ਼ਨ 'ਚ ਵਿਕ ਚੁੱਕਿਆ। ਤੇ ਸਰ ਕਈ ਸੁਸਾਇਟੀਜ਼ ਐਸੀਆਂ ਜਿਹੜੀ ਅੱਛੀ ਮੂਵਮੈਂਟ ਦਿਖਾ ਰਹੀ, ਜਿਵੇਂ ਵੇਰਕਾ ਹੋ ਗਿਆ ਸਰ ਪੰਜਾਬ ਦਾ, ਉਹ ਕਾਫੀ ਅੱਛਾ ਮਾਡਲ ਹੈ ਜਿਹਨੇ ਕਾਫੀਆਂ ਨੂੰ ਇੰਪਲੋਇਮੈਂਟ ਦਿੱਤੀ ਹੈ। ਪਲੱਸ ਇੱਕ ਹੋਰ ਸੁਸਾਇਟੀ ਵੀ ਹੈਗੀ, ਮਤਲਬ ਉਹਨਾਂ ਨੂੰ ਯਾਦ ਨਹੀਂ ਆ ਰਹੀ ਲੋਕੇਸ਼ਨ, ਉਸਨੇ ਵੀ ਕਾਫੀ ਅੱਛਾ, ਉਹਦੇ 'ਚ ਗਵਰਨਮੈਂਟ ਨੇ ਉਹਨੂੰ ਸਬਸਿਡਾਈਜ਼ ਰੇਟ ਤੇ ਇੰਪਲੀਮੈਂਟਸ ਦਿੱਤੇ ਸੀ, ਐਗਰੀਕਲਚਰ ਇੰਪਲੀਮੈਂਟਸ, ਤੇ ਉੱਥੇ 100% ਰਿਕਵਰੀ ਵੀ ਹੈ ਔਰ ਲੋਕ ਉਹ ਇੰਪਲੀਮੈਂਟਸ ਵਰਤ ਵੀ ਰਹੇ ਹੈ, ਮਤਲਬ ਜਿਹੜੇ ਮਾਰਜਨਲ ਤੇ ਸਮਾਲ ਫਾਰਮਰਸ ਹੈ, ਤੇ ਉਹ ਇੰਪਲੀਮੈਂਟਸ ਸਭ ਫ੍ਰੀ ਆਫ ਕਾਸਟ ਵੀ ਦਿੱਤੇ ਜਾ ਰਹੇ ਹੈ। ਵੈਸੇ ਤਾਂ ਗਵਰਨਮੈਂਟ ਦੀ ਗਾਈਡਲਾਈਨਸ ਹੈ ਵੀ ਫ੍ਰੀ ਦੇਣੇ ਆ ਉਹਨਾਂ ਨੂੰ, ਤੇ ਕਈ ਵਾਰ ਬੜੇ ਕਿਸਾਨਾਂ ਤੋਂ ਅਸੀਂ ਲੈ ਸਕਦੇ ਹਾਂ ਚਾਰजेस ਨੋਮੀਨਲ ਰੇਟ ਤੇ। ਓਕੇ 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 ਓਕੇ, ਰਾਈਟ, ਠੀਕ ਹੈ। ਸੋ ਰਾਹੁਲ, ਅਗਰ ਮੇਨ ਇਹਦਾ ਤੁਸੀਂ ਰਿਸਪੌਂਸਿਬਿਲਿਟੀਜ਼ ਦੱਸੀਆਂ, ਸੋ ਮੇਨ ਚੈਲੰਜਸ ਕੀ ਆਉਂਦੇ ਆ ਤੁਹਾਨੂੰ ਜੌਬ ਦੇ ਵਿੱਚ? ਐਵੇਂ ਵੀ ਡਿਪੈਂਡ ਕਰਦਾ ਹੈ ਫਸਟ ਆਫ ਆਲ ਤੁਹਾਡੀ ਪੋਸਟਿੰਗ ਕਿੱਥੇ ਹੈ। ਉਸ ਤੋਂ ਬਾਅਦ ਅਗਰ ਜਿਵੇਂ ਸਰ ਪਟਿਆਲਾ ਹੋ ਗਿਆ, ਤੇ ਹੋਰ ਜਿਵੇਂ ਕਈ ਬੜੇ ਜ਼ਿਲ੍ਹੇ ਉਹਨਾਂ 'ਚ ਥੋੜਾ ਮਹਿਕਮਾ ਥੋੜਾ ਹਾਈਲਾਈਟ ਹੋ ਗਿਆ ਸੀਗਾ, ਜੋ ਵਧੀਆ ਗੱਲ ਵੀ ਹੈ। ਇਸ ਕਰਕੇ ਥੋੜੀ ਡਿਊਟੀਜ਼ ਬਹੁਤ ਲੱਗਦੀਆਂ, ਜਿਵੇਂ ਹੁਣ ਮੇਰੀ ਪੰਚਾਇਤ ਇਲੈਕਸ਼ਨ 'ਚ ਡਿਊਟੀ ਲੱਗੀ 2018 'ਚ, ਉਸ ਟਾਈਮ ਬਿਲਕੁਲ ਵੀ ਨਹੀਂ ਅੰਦਾਜ਼ਾ ਸੀਗਾ ਵੀ ਕਿ ਐਜ਼ ਅ ਰਿਟਰਨਿੰਗ ਆਫਿਸਰ ਲੱਗੀ, ਔਰ ਉਸ ਟਾਈਮ ਮੇਰੇ ਕੋਲ 250 ਦੇ ਅਰਾਊਂਡ ਫਾਈਲਸ ਆ ਗਈਆਂ ਸਰਪੰਚ ਪੰਚ ਦੀਆਂ, ਜਮਾ ਵੀ ਆਈਡੀਆ ਨਹੀਂ ਸੀ ਵੀ ਕਿਵੇਂ ਇਹਨਾਂ ਨੂੰ ਸਕਰੂਟਨੀ ਕਰਨੀ ਹੈ। ਪਰ ਉਹ ਹਾਇਰ ਅਥਾਰਟੀਜ਼ ਨੇ ਹੈਲਪ ਕਰੀ ਨਾਲ ਲਗਾ ਕੇ, ਵੀ ARO ਵੀ ਹੁੰਦਾ, ਉਹ ਕਾਫੀ ਐਕਸਪੀਰੀਅੰਸ ਸੀ, ਉਸਨੇ ਹੈਲਪ ਕਰੀ। ਓਕੇ 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 ਓਕੇ। ਸੋ ਐਕਸਟਰਾ ਰਿਸਪੌਂਸਿਬਿਲਿਟੀਜ਼ ਕਾਫੀ ਆ ਜਾਂਦੀਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀਆਂ। ਹਾਂਜੀ ਹਾਂਜੀ। ਹੁਣ ਸਰ ਕੋਵਿਡ ਟਾਈਮ ਸਾਡੀ ਲੱਗਦੀ ਰਹੀ ਡਿਊਟੀ, ਮਾਈਗ੍ਰੈਂਟ ਕ੍ਰਾਈਸਿਸ ਵੇਲੇ। ਓਕੇ, ਫਾਈਨ। ਸੋ ਐਡਮਿਨਿਸਟ੍ਰੇਸ਼ਨ ਦੇ ਵੀ ਤੁਹਾਨੂੰ ਕਾਫੀ ਕੰਮ ਦੇਖਣੇ ਪੈਂਦੇ ਆ। ਹਾਂਜੀ ਹਾਂਜੀ ਸਰ।
ऑल राइट, ठीक है। और ਇੱਕ ਹੋਰ ਜੋ ਜੋ ਵੀ ਕੈਂਡੀਡੇਟਸ ਨੇ, ਸਟੂਡੈਂਟ ਨੇ, ਉਹਨਾਂ ਦੇ ਇੱਕ ਵੀ ਕੰਸਰਨ ਹੁੰਦਾ ਕਿ ਗਰੋਥ ਫਿਰ ਕਿਸ ਤਰੀਕੇ ਨਾਲ ਹੈ ਇਸ ਜੌਬ ਦੇ ਵਿੱਚ, ਠੀਕ ਹੈ। ਪ੍ਰਮੋਸ਼ਨਸ ਵਗੈਰਾ ਦਾ ਕੀ ਹਿਸਾਬ ਕਿਤਾਬ ਹੈ, ਤੁਹਾਡਾ ਨੈਕਸਟ ਪ੍ਰਮੋਸ਼ਨ ਕਿਹੜੇ ਲੈਵਲ ਦੇ ਉੱਤੇ ਹੁੰਦਾ ਵਾ, ਕੀ ਪੋਜੀਸ਼ਨ ਮਿਲਦੀ ਹੈ, ਕਿੰਨੇ ਸਾਲ ਬਾਅਦ ਮਿਲਦੀ ਹੈ? ਸਰ ਇਹ ਸਰ ਡਿਪੈਂਡ ਕਰਦਾ ਉੱਪਰ ਪੋਸਟਿੰਗ ਵੈਕੈਂਸੀਜ਼ ਕਿੰਨੀ ਹੈ, ਕਿਉਂਕਿ ਕੁਝ ਪਰਸੈਂਟੇਜ ਸੀਟਾਂ ਪੀਸੀਐਸ 'ਚ ਨਿਕਲ ਜਾਂਦੀਆਂ, ਕੁਝ ਡਿਪਾਰਟਮੈਂਟ ਵਾਸਤੇ ਹੀ ਪ੍ਰਮੋਸ਼ਨ ਨਹੀਂ ਹੁੰਨੀ ਹੈ। ਤਾਂ ਜਿਵੇਂ ਹਾਲ ਤਾਂ 7 ਇਅਰਸ ਹੀ ਹੈ, ਵੀ ਹਲੇ ਪ੍ਰੋਸੈਸ ਚੱਲ ਰਿਹਾ ਉਸਨੂੰ 7 to 5 ਇਅਰਸ ਕਰਨ ਦਾ, ਪਰ ਉਹ ਹਲੇ ਅੰਡਰ ਪ੍ਰੋਸੈਸ ਹੀ ਹੈ ਵੀ ਮਿਨੀਮਮ ਸਰਵਿਸ 7 ਇਅਰਸ ਲਗਾਓਗੇ ਤਾਂ ਤੁਹਾਡੀ ਪ੍ਰਮੋਸ਼ਨ ਲਈ ਤੁਸੀਂ ਡਿਊ ਹੁੰਦੇ ਹੋ। ਓਕੇ ਓਕੇ, ਪਰ ਸੋ ਸਰ ਪ੍ਰਮੋਸ਼ਨ ਫਿਰ ਨੈਕਸਟ ਕਿਹੜੀ ਪੋਜੀਸ਼ਨ ਉੱਤੇ ਹੁੰਦੀ ਹੈ? ਉਹ ਅਸਿਸਟੈਂਟ ਰਜਿਸਟਰਾਰ ਦੀ ਹੁੰਦੀ ਹੈ। ਅਸਿਸਟੈਂਟ ਰਜਿਸਟਰਾਰ, ਹਾਂਜੀ ਰਾਈਟ, ਹਾਂਜੀ ਜਿਨ੍ਹਾਂ ਨੂੰ ਤੁਸੀਂ ਰਿਪੋਰਟ ਕਰਦੇ ਆ। ਹਾਂਜੀ ਹਾਂਜੀ ਸਰ। ਓਕੇ ਓਕੇ, ਸੋ 7 ਸਾਲ ਦਾ ਜਿਹੜਾ ਹੈਗਾ ਤੁਹਾਨੂੰ ਐਜ਼ ਅ ਕੋਆਪਰੇਟਿਵ ਇੰਸਪੈਕਟਰ ਰਹਿ ਕੇ, ਔਰ ਫਿਰ ਅੱਗੇ ਜੋ ਹੈ ਤੁਹਾਨੂੰ ਹਾਂਜੀ ਸਰ, ਪ੍ਰਮੋਸ਼ਨ ਮਿਲਦੀ ਪਤਾ ਹੈ। ਵੱਧ ਵੀ ਲੱਗ ਜਾਣ। ਵੱਧ ਵੀ ਲੱਗ ਸਕਦੇ ਹੈ। ਹਾਂਜੀ ਹਾਂਜੀ, ਕਿਉਂਕਿ ਸਰ ਸਾਡੇ ਤੋਂ ਪਹਿਲਾਂ ਹੀ ਸੀਗੇ ਜੋ 11 ਸਾਲ ਤੋਂ ਬਾਅਦ ਪ੍ਰਮੋਟ ਹੋਏ ਸੀਗੇ, ਸਾਡੇ ਤੋਂ ਸੀਨੀਅਰ ਸੀ। ਓਕੇ ਓਕੇ ਓਕੇ, ਸੋ ਇਹਦਾ ਮਤਲਬ ਕਹਿ ਸਕਦੇ ਹਾਂ ਕਿ ਗਰੋਥ ਜਿਹੜੀ ਹੈਗੀ ਹੈ ਇੰਨੀ ਜਲਦੀ ਨਹੀਂ ਹੁੰਦੀ ਇੱਥੇ। ਹਾਂਜੀ ਹਾਂਜੀ ਸਰ। ਆਲ ਰਾਈਟ, ਐਂਡ ਚਲੋ ਪੋਜੀਸ਼ਨ ਦੀ ਗਰੋਥ ਤਾਂ ਸਹੀ ਹੈ, ਬਟ ਅਲੱਗ ਹੈ, ਬਟ ਜੋ ਈਅਰਲੀ ਤੁਹਾਡੇ ਕਹਿ ਲਓ ਕਿ ਅਪਰੇਜ਼ਲਸ ਹੁੰਦੇ ਆ, ਠੀਕ ਹੈ, ਜਾਂ ਈਅਰਲੀ ਤੁਹਾਡੀ ਸੈਲਰੀ ਇੰਕਰੀਜ਼ ਹੁੰਦੀ ਹੈ, ਉਹਦਾ ਕਿੰਨਾ % ਹੋ ਜਾਂਦੀ ਹੈ? ਸਰ ਉਹ 3% ਆਫ ਦ ਬੇਸਿਕ ਵੱਧਦਾ ਹੁੰਦਾ ਹੈ ਆਏ ਸਾਲ। ਓਕੇ ਪਰ ਓਕੇ, ਪ੍ਰੋਬੇਸ਼ਨ ਹਾਂਜੀ ਰਾਜ, ਤੁਹਾਡੀ ਆਵਾਜ਼ ਦੁਬਾਰਾ ਬੋਲਿਓ। ਸਰ ਪ੍ਰੋਬੇਸ਼ਨ ਕਲੀਅਰ ਹੋਣ ਤੋਂ ਬਾਅਦ 3% ਐਨੂਅਲ ਇਨਕਰੀਮੈਂਟ ਹੀ ਵੱਧਦਾ ਹੈ ਬੇਸਿਕ ਸੈਲਰੀ ਦਾ। ਬੇਸਿਕ ਸੈਲਰੀ ਦਾ, ਰਾਈਟ, ਠੀਕ ਹੈ। ਸੋ ਤੁਹਾਨੂੰ ਕਿੰਨਾ ਕਿੰਨਾ ਰਾਹੁਲ ਟਾਈਮ ਹੋ ਗਿਆ ਵਾ ਇਸ ਜੌਬ ਦੇ ਵਿੱਚ? ਸਰ ਮੇਰੀ 2016 ਚ ਐਗਜ਼ਾਮ ਹੋਇਆ ਸੀ, 17 ਚ ਜੁਆਇਨਿੰਗ ਸੀਗੀ, ਔਰ ਹੁਣ ਮਤਲਬ 5 ਇਅਰਸ ਆਲਮੋਸਟ ਕੰਪਲੀਟ ਹੋਣ ਵਾਲੇ। ਆਲ ਰਾਈਟ, ਐਂਡ ਇੱਕ ਹੋਰ ਖਾਸ ਜਿਹੜਾ ਹੈਗਾ ਬੱਚਿਆਂ ਦਾ ਰਹਿੰਦਾ ਵਾ ਕਿ ਕਿੰਨਾ ਪੋਲੀਟੀਕਲ ਪ੍ਰੈਸ਼ਰ ਜੋ ਕਿ ਹਰੇਕ ਗਵਰਨਮੈਂਟ ਜੌਬ ਦੇ ਵਿੱਚ ਰਹਿੰਦਾ ਵਾ, ਸੋ ਇਸ ਜੌਬ ਦੇ ਵਿੱਚ ਤੁਹਾਨੂੰ ਕਿੰਨਾ ਪੋਲੀਟੀਕਲ ਪ੍ਰੈਸ਼ਰ ਹੈਂਡਲ ਕਰਨਾ ਪੈਂਦਾ ਵਾ, ਜਾਂ ਕਿੰਨੀਆਂ ਕਿ ਤੁਹਾਨੂੰ ਵੈਸੇ ਸਰ ਇਹ ਪੋਲੀਟੀਕਲ ਪ੍ਰੈਸ਼ਰ ਤਾਂ ਹੈ, ਪਰ ਉਹ ਅੱਛੇ ਲਈ ਵੀ ਹੈ, ਨੈਗੇਟਿਵ ਕੌਨਸੀਕੁਐਂਸਿਸ ਵੀ ਹੈ, ਕਿਉਂਕਿ ਕਈ ਵਾਰ ਮਤਲਬ ਗਵਰਨਮੈਂਟ ਵੱਲੋਂ ਇਹ ਰਹਿੰਦਾ ਹੈ ਵੀ ਜਿਹੜੇ ਮਤਲਬ ਉਹ ਚਾਹੁੰਦੇ ਆ, ਕਿਉਂਕਿ ਸਰ ਅਸੀਂ ਇਹਨਾਂ ਦੀ ਇਲੈਕਸ਼ਨਸ ਵੀ ਹੁੰਦੀਆਂ ਸੁਸਾਇਟੀਜ਼ ਦੀ ਜੋ ਆਏ 5 ਸਾਲ ਬਾਅਦ ਹੁੰਦੀ ਹੈ, ਪਰ ਕਈ ਉਹ ਇਹ ਨਹੀਂ ਹੈ ਵੀ ਫਿਕਸ ਰੂਲ ਵੀ ਅੱਜ ਦੇ ਦਿਨ 5 ਸਾਲ ਪੂਰੇ ਹੋ ਗਏ, ਮਤਲਬ ਜਿਵੇਂ ਸਰ ਕਹਿੰਦੇ ਸੀ ਵੀ 1 ਡੇਟ 1 ਇਲੈਕਸ਼ਨ ਐਵੇਂ ਇਸ਼ੂ ਸੀਗਾ, ਉਵੇਂ ਨਹੀਂ ਵੀ, ਕਿਉਂਕਿ ਟਾਈਪਸ ਆਫ ਸੁਸਾਇਟੀਜ਼ ਬਹੁਤ ਹਨ, ਲੇਬਰ ਸੁਸਾਇਟੀ, ਹਾਰਟੀਕਲਚਰ ਸੁਸਾਇਟੀ, ਪ੍ਰੈਸ ਸੁਸਾਇਟੀ, ਥ੍ਰਿਫਟ ਐਂਡ ਕ੍ਰੈਡਿਟ ਸੁਸਾਇਟੀਜ਼, ਐਵੇਂ ਨੰਬਰ ਆਫ ਕੋਆਪਰੇਟਿਵ ਸੁਸਾਇਟੀਜ਼ ਡਿਫਰੈਂਟ ਹੈ, ਇਹਨਾਂ ਦੀ ਕਾਈਂਡ ਡਿਫਰੈਂਟ ਹੈ। ਤਾਂ ਉਵੇਂ ਸੁਸਾਇਟੀਜ਼ ਦੀ ਉਵੇਂ ਇਹਨਾਂ ਦੀ ਇਲੈਕਸ਼ਨ ਵੀ ਹੁੰਦੀ ਹੈ, ਤਾਂ ਉਹਦੇ ਚ ਕਈ ਵਾਰ ਗਵਰਨਮੈਂਟ ਦਾ ਹੁੰਦਾ, ਪਰ ਉਹ ਅੱਛੇ ਲਈ ਵੀ ਹੁੰਦਾ, ਕਈ ਜਗ੍ਹਾ ਨੈਗੇਟਿਵਲੀ ਹੁੰਦਾ, ਪਰ ਉਹ ਇਹਨਾਂ ਅਗਰ ਸਰ ਤੁਹਾਡੇ ਹਾਇਰ ਅਥਾਰਟੀ ਤੁਹਾਡੇ ਨਾਲ ਹੈ ਨਾ, ਤਾਂ ਤੁਸੀਂ ਮੈਨੇਜ ਕਰ ਲੈਂਦੇ ਹੋ ਈਜ਼ੀਲੀ। ਓਕੇ 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 ਓਕੇ, ਗੁੱਡ। ਸੋ ਹੋਰ ਤੁਸੀਂ ਰਾਹੁਲ ਆਪਣੇ ਆਪ ਤੋਂ ਕੀ ਕੁਝ ਜੋ ਅੱਗੇ ਐਸਪਾਇਰਿੰਗ ਕੈਂਡੀਡੇਟਸ ਆ ਉਹਨਾਂ ਨੂੰ ਕੀ ਕੁਝ ਐਡਵਾਈਸ ਜਾਂ ਕੀ ਕਹਿਣਾ ਚਾਹੋਗੇ? ਮੇਰੇ ਹਿਸਾਬ ਨਾਲ ਤਾਂ ਵੀ ਕੋਸ਼ਿਸ਼ ਵੀ ਹਾਂ ਅੱਛਾ ਤਿਆਰੀ ਕਰਕੇ, ਸਰ ਦੀ ਗਾਈਡੈਂਸ ਤੁਹਾਡੇ ਨਾਲ ਹੀ ਹੈ, ਵੀ ਉਵੇਂ ਗਾਈਡੈਂਸ ਲੈ ਕੇ ਤੁਸੀਂ ਕਲੀਅਰ ਕਰ ਸਕਦੇ ਹੋ। ਬਾਕੀ ਅੱਛੀ ਜੌਬ ਹੈ, ਅਗਰ ਕਿਸੇ ਨੇ ਮਤਲਬ ਪੰਜਾਬ ਰਹਿਣਾ ਹੈ ਔਰ ਹੋਮ ਟਾਊਨ ਵਗੈਰਾ ਚ ਰਹਿਣਾ ਹੈ ਤਾਂ ਰਿਸਪੈਕਟੇਬਲ ਜੌਬ ਹੈ, ਠੀਕ ਹੈ ਤੁਹਾਨੂੰ, ਔਰ ਤੁਹਾਡੇ ਗਰਾਊਂਡ ਲਿੰਕਸ ਬਹੁਤ ਅੱਛੇ ਬਣਦੇ हैं। ਓਕੇ ਓਕੇ ਓਕੇ, ਸਰ ਰਾਹੁਲ ਕੀ ਤੁਹਾਨੂੰ ਇਸ ਜੌਬ ਪ੍ਰੋਫਾਈਲ ਦੇ ਤੁਹਾਨੂੰ ਕੀ ਪਲੱਸ ਪੁਆਇੰਟਸ ਲੱਗਦੇ ਓਵਰਆਲ? ਤੇ ਪਲੱਸ ਪੁਆਇੰਟ ਤਾਂ ਐਵੇਂ ਸਭ ਤੋਂ ਪਹਿਲਾਂ ਪਬਲਿਕ ਡੀਲਿੰਗ ਚ ਕਾਫੀ ਹਿਜਕਦਾ ਹੁੰਦਾ ਸੀ, ਹੁਣ ਮੈਨੂੰ ਉਹ ਡਰ ਖਤਮ ਹੋ ਚੁੱਕਿਆ ਹੈ ਵੀ ਪਬਲਿਕ ਡੀਲਿੰਗ ਮੈਂ ਈਜ਼ੀਲੀ ਕਰ ਲੈਂਦਾ, ਵੀ ਕੋਈ ਵੀ ਰੈਂਡਮ ਪਰਸਨ ਨੂੰ ਗੱਲ ਕਰਨੀ ਇਹ ਚੀਜ਼, ਕਿਉਂਕਿ ਹੁਣ ਅਸੀਂ ਪਿੰਡਾਂ 'ਚ ਜਾਂਦੇ ਹਾਂ, ਕਿਉਂਕਿ ਸਟਬਲ ਬਰਨਿੰਗ ਸਾਡੀ ਡਿਊਟੀ ਲੱਗੀ, ਪਿੰਡਾਂ 'ਚ ਅਸੀਂ ਅਵੇਅਰਨੈਸ ਕੈਂਪਸ ਲਗਾਏ ਵੀ, ਪਰ ਕੁਝ ਸਰ ਮੰਨੇ ਵੀ, ਉਹਨਾਂ ਕੋਲ ਜਿਹੜੀ ਟੈਕਨੋਲੋਜੀ ਸੀਗੀ, ਜਿਹੜੇ ਬਿਗ ਫਾਰਮਰਸ ਹੈ ਉਹਨਾਂ ਨੇ ਸਾਨੂੰ ਦਿਖਾਈ ਵੀ ਅਸੀਂ ਇਹ ਟੈਕਨੋਲੋਜੀ ਯੂਜ਼ ਕਰ ਰਹੇ ਹਾਂ, ਤਾਂ ਉਵੇਂ ਤੁਹਾਡੇ ਲਿੰਕਸ ਬਣਦੇ ਹੈ, ਪਲੱਸ ਉਹਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ, ਜੋ ਤੁਹਾਡੀ ਬੁੱਕਿਸ਼ ਲੈਂਗੁਏਜ ਅਸੀਂ ਪੜ੍ਹਦੇ ਆ ਰਹੇ ਹੋ, ਬੁੱਕਿਸ਼ ਨੌਲੇਜ ਹੈ ਵੀ ਕਿਵੇਂ ਰੋਕਣੀ ਹੈ, ਉਹ ਚੀਜ਼ ਸਾਨੂੰ ਪ੍ਰੈਕਟੀਕਲ ਦੇਖਣ ਨੂੰ ਮਿਲਦੀ ਹੈ। ਓਕੇ, ਰਾਈਟ, ਸੋ ਇੱਕ ਤੁਸੀਂ ਕਹਿ ਰਹੇ ਕਿ ਗਰਾਊਂਡ ਲਿੰਕਸ ਬਹੁਤ ਬਣ ਰਹੇ ਆ, ਔਰ ਦੂਸਰਾ ਜਿਹੜਾ ਤੁਹਾਡਾ ਪਰਸਨਲ ਡਿਵੈਲਪਮੈਂਟ ਵੀ ਹੁੰਦੀ ਆ, ਕਿ ਜੋ ਇੱਕ ਪਬਲਿਕ ਸਪੀਕਿੰਗ ਦੀ ਹਿਚਕ ਰਹਿੰਦੀ ਆ ਉਹ ਵੀ ਦੂਰ ਹੁੰਦੀ ਆ। ਰਾਈਟ, ਇਸ ਤੋਂ ਇਲਾਵਾ ਹੋਰ ਕੁਝ ਐਡ ਆਨ ਕਰਨਾ ਚਾਹੁੰਦੇ ਆ ਪੋਜ਼ਿਟਿਵ ਦੇ ਵਿੱਚ?
ਪੋਜ਼ਿਟਿਵ ਸਰ ਐਵੇਂ ਇੰਟਰ ਡਿਪਾਰਟਮੈਂਟਲ ਤੁਹਾਨੂੰ ਕੰਮ ਕਰਨਾ ਆ ਜਾਂਦਾ ਵੀ, ਜਿਵੇਂ ਹੁਣ ਸਰ ਸਾਡੀ ਐਸਡੀਐਮ ਮੈਮ ਨਾਲ ਜਾਂ ਐਸਡੀਐਮ ਸਰ ਨਾਲ ਡਿਊਟੀ ਲੱਗਦੀ ਹੈ ਉਹਨਾਂ ਦੇ ਡਿਪਾਰਟਮੈਂਟ ਨਾਲ, ਤਾਂ ਕਿਵੇਂ ਹਾਰਟੀਕਲਚਰ ਡਿਪਾਰਟਮੈਂਟ ਨਾਲ ਲੱਗੀ ਤਾਂ ਕਿਵੇਂ ਅਸੀਂ ਮੈਚ ਕਰਨਾ ਹੈ। ਹੁਣ ਸਰ ਕਰੋਨਾ ਵੈਕਸੀਨੇਸ਼ਨ ਲਈ ਵੀ ਸਾਡੀ ਸੁਸਾਇਟੀਆਂ ਦਾ ਯੂਜ਼ ਕਰਿਆ ਗਿਆ, ਕਿਉਂਕਿ ਉਹ ਇੱਕ ਮੇਨ ਗਰਾਊਂਡ ਤੇ ਹੈ ਔਰ ਉਹਨਾਂ ਸਾਰੇ ਵਿਲੇजेस ਜੁੜੇ ਹੋਏ ਹੈ, ਤਾਂ ਵੈਕਸੀਨੇਸ਼ਨ ਨੂੰ ਉਹਨਾਂ ਦੀ ਰੀਚ ਤੱਕ, ਡੋਰ ਸਟੈਪ ਤੱਕ ਪਹੁੰਚਾਉਣ ਲਈ ਸਾਨੇ ਅਵੇਅਰਨੈਸ ਕੈਂਪ ਵੀ ਲਗਾਏ ਔਰ ਉੱਥੇ ਲੋਕ ਆਏ ਵੀ। ਰਾਈਟ। ਸੋ ਜਿੱਦਾਂ ਹੁਣ ਰਾਹੁਲ ਆਪਣੀ ਇਹਨਾਂ ਦੀ ਸੈਲਰੀ ਮਿਲ ਰਹੀ ਹੈ ਇਹਨਾਂ ਨੂੰ 35,000 ਰੁਪਏ, ਸੋ ਤੁਹਾਡੀ ਵੀ ਸਟਾਰਟਿੰਗ ਵੀ ਕਿੰਨੀ ਸੀਗੀ? ਤੁਹਾਡੀ ਸਟਾਰਟਿੰਗ ਵੀ ਇੰਨੀ ਸੀਗੀ? ਨਹੀਂ ਸਰ, ਅਸੀਂ ਇਹ ਸਰ ਨਵਾਂ ਰੂਲ ਆਇਆ ਸੀਗਾ ਹੁਣ, ਜਦ ਸਾਡੀ ਹੋਈ ਸੀ ਰਿਕਰੂਟਮੈਂਟ ਉਸ ਟਾਈਮ ਸਾਨੂੰ ਕਿਹਾ ਸੀ 2 ਸਾਲ ਪ੍ਰੋਬੇਸ਼ਨ ਦੇ, ਤੇ ਉਹਦੇ ਸਾਨੂੰ ਸਰ 9,000 ਕੁਛ ਹੀ ਮਿਲਦਾ ਸੀ ਕੱਟ ਕਟਾ ਕੇ। 2 ਸਾਲ ਅਸੀਂ ਉਹੀ ਲਿੱਤਾ, ਤੇ ਹੁਣ ਜਿਹੜੀ ਸਰ ਇਹਨਾਂ ਨੂੰ 7th ਪੇ ਕਮਿਸ਼ਨ ਦੇ ਹਿਸਾਬ ਨਾਲ ਦੇ ਰਹੇ, ਜੋ ਕਿ ਸੈਂਟਰ ਦੀ 7th ਪੇ ਕਮਿਸ਼ਨ ਨਾਲ ਲਿੰਕ ਕਰਕੇ ਦਿੱਤਾ ਜਾ ਰਿਹਾ। ਰਾਈਟ। ਸੋ ਨਵੇਂ ਸਟੂਡੈਂਟਸ ਨੂੰ ਇਹਦਾ ਮਤਲਬ ਬੈਨੀਫਿਟ ਰਹੇਗਾ ਸਟਾਰਟਿੰਗ ਦੇ ਵਿੱਚ ਐਟਲੀਸਟ? ਸਟਾਰਟਿੰਗ 'ਚ ਬੈਨੀਫਿਟ ਹੈ, ਉਸ ਤੋਂ ਬਾਅਦ ਸਰ ਕਿਉਂਕਿ ਪੰਜਾਬ ਗਵਰਨਮੈਂਟ ਦੀ ਸੈਲਰੀ ਸੈਂਟਰ ਨਾਲੋਂ ਥੋੜੀ ਜ਼ਿਆਦਾ ਹੈ, ਤਾਂ ਉਹ ਫਿਰ ਉਹ ਪੈਕੇਜ 'ਚ ਨਹੀਂ ਆ ਸਕਣਗੇ, ਮਤਲਬ ਉਹ ਲਾਈਨ ਆਫ ਉਹਦੇ 'ਚ ਨਹੀਂ ਆ ਸਕਣਗੇ ਕਿਉਂਕਿ ਉਹਨਾਂ ਨੇ ਚੇਂਜ ਕਰਤਾ ਸਰ ਫਾਈਨਾਂਸ ਡਿਪਾਰਟਮੈਂਟ ਗਵਰਨਮੈਂਟ ਆਫ ਪੰਜਾਬ ਨੇ ਰੂਲਸ। ਰਾਈਟ। ਹਾਂ ਸਹੀ ਗੱਲ ਆ ਤੁਹਾਡੀ। ਸੋ ਤੁਹਾਨੂੰ ਕੀ ਲੱਗਦਾ ਕਿ ਜੋ ਇਸ ਵਾਰ ਜੋ ਨਵੀਂ ਰਿਕਰੂਟਮੈਂਟ ਹੋ ਰਹੀ ਆ, ਇੱਕ ਜਿਹੜਾ ਵੀ ਕੋਈ ਵੀ ਸਟੂਡੈਂਟ ਅਗਰ ਰਿਕਰੂਟ ਹੁੰਦਾ ਵਾ ਕੋਆਪਰੇਟਿਵ ਇੰਸਪੈਕਟਰ, 5 ਸਾਲ ਬਾਅਦ ਉਹ ਕੀ ਸੈਲਰੀ ਉੱਤੇ ਪਹੁੰਚ ਸਕਦਾ ਵਾ? ਸਰ 5 ਸਾਲ ਬਾਅਦ ਵੀ ਸਰ ਹੁਣ ਵੀ ਜਿਵੇਂ ਹੁਣ ਸਰ ਸਾਡਾ ਮੈਂ ਉਹ ਤਾਂ ਦੱਸ ਸਕਦਾ, ਹੁਣ ਨਵੇਂ ਦਾ ਤਾਂ ਮੈਨੂੰ ਇੰਨਾ ਪਤਾ ਨਹੀਂ ਵੀ ਕਿੰਨੇ ਤੱਕ ਪਹੁੰਚ ਜਾਏਗਾ, ਪਰ ਮੈਕਸਿਮਮ ਹੈ ਸਰ ਉਹ 50 55 60 ਤੱਕ ਤਾਂ ਪਹੁੰਚ ਜਾਏਗਾ। 55 60 ਤੱਕ ਪਹੁੰਚ ਜਾਏਗਾ, ਇੰਨਾ ਕੁ ਆਈਡੀਆ ਹੈ 5 ਸਾਲ ਬਾਅਦ। ਆਲ ਰਾਈਟ। ਇੱਕ ਵਾਰ ਤੁਸੀਂ ਇਹਦੇ ਵਿੱਚ ਇਹ ਵੀ ਗੱਲ ਕਲੀਅਰ ਕਰੋ ਕਿ ਕੋਆਪਰੇਟਿਵ ਸੁਸਾਇਟੀਜ਼, ਹੋ ਸਕਦਾ ਕਈ ਬੱਚਿਆਂ ਨੂੰ ਹਲੇ ਇਹ ਵੀ ਨਹੀਂ ਪਤਾ ਕਿ ਕੋਆਪਰੇਟਿਵ ਸੁਸਾਇਟੀ ਅਸਲ ਦੇ ਵਿੱਚ ਕੀ ਕੰਮ ਕੀ ਹੁੰਦਾ ਉਹਨਾਂ ਦਾ, ਉਸ ਉੱਤੇ ਵੀ ਤੁਸੀਂ ਮੋਟੀ ਥੋੜਾ ਦੱਸ ਸਕਦੇ ਆ ਕਿ ਕੋਆਪਰੇਟਿਵ ਸੁਸਾਇਟੀਜ਼ ਕੀ ਆ, ਕੀ ਕੰਸੈਪਟ ਹੈ ਇਹਦੇ ਪਿੱਛੇ ਕੋਆਪਰੇਟਿਵ ਸੁਸਾਇਟੀ? ਸਰ ਕੋਆਪਰੇਟਿਵ ਸੁਸਾਇਟੀ ਦੇ ਬੇਸਿਕ ਪ੍ਰਿੰਸੀਪਲਸ ਹੈ ਵੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ, ਔਰ ਕੋਆਪਰੇਟਿਵ ਇੱਕ ਸੁਸਾਇਟੀ ਹੁੰਦੀ ਹੈ ਵੀ 5-6 ਪਿੰਡਾਂ ਦੀ ਕਲਸਟਰ ਬਣਾ ਕੇ ਇੱਕ ਸੁਸਾਇਟੀ ਇਕੱਠੇ ਕਰ ਲੈਂਦੇ ਆ, ਆਪਣੇ ਸ਼ੇਅਰ ਹੋਲਡਰ ਵੀ ਸਭ ਨੇ 1000 500 ਰੁਪਏ ਮੈਂਬਰਸ਼ਿਪ ਪਾ ਲਈ, ਉਹਨਾਂ ਨੇ ਸੁਸਾਇਟੀ, ਉਹਨਾਂ ਦੀ ਇੱਕ ਸ਼ੇਅਰ ਹੋਲਡਰ ਮਨੀ ਬਣ ਗਈ, ਉਹਨਾਂ ਨੇ ਇੱਕ ਸੁਸਾਇਟੀ ਬਣਾ ਲਈ ਆਪਣੀ, ਤੇ ਉਹਦੇ 'ਚ ਉਹਨਾਂ ਨੂੰ ਕੀ ਹੈ ਵੀ ਜਿਵੇਂ ਲੇਬਰ ਸੁਸਾਇਟੀ ਦਾ ਐਵੇਂ ਹੁੰਦਾ, ਅਗਰ ਲੇਬਰ ਸੁਸਾਇਟੀ ਗਵਰਨਮੈਂਟ ਉਹਨਾਂ ਨੂੰ ਪ੍ਰੈਫਰੈਂਸ ਦਿੰਦੀ ਹੈ ਟੈਂਡਰਿੰਗ ਪ੍ਰੋਸੈਸ 'ਚ। ਅੱਛਾ। ਜਿਵੇਂ ਤੇ ਅਗਰ ਕੋਈ ਸੁਸਾਇਟੀ ਬਣਾਉਂਦਾ ਲੇਬਰ ਸੁਸਾਇਟੀ ਔਰ ਗਵਰਨਮੈਂਟ ਦੇ ਟੈਂਡਰ 'ਚ ਪਾਰਟਿਸਿਪੇਟ ਕਰਨਾ ਚਾਹੁੰਦਾ, ਤਾਂ ਉਸਨੂੰ ਪ੍ਰੈਫਰੈਂਸ ਮਿਲੇਗੀ ਇੱਕ ਪ੍ਰਾਈਵੇਟ ਠੇਕੇਦਾਰ ਨਾਲੋਂ, ਜੋ ਕਿ ਅੱਛੀ ਗੱਲ ਹੈ। ਓਕੇ। ਔਰ ਉਸ ਤੋਂ ਬਾਅਦ ਇਹਦੇ ਅਗਰ ਸੁਸਾਇਟੀ ਜਿਵੇਂ ਹੁੰਦਾ ਸਰ, ਅਗਰ ਜਿਵੇਂ ਇਹਨਾਂ ਨੇ ਸਰ ਗਵਰਨਮੈਂਟ ਵੱਲੋਂ ਹੀ ਸੈੱਟ ਰੂਲ ਹੈ ਵੀ 1 ਏਕੜ ਮਗਰ 14,000 ਰੁਪਏ ਅਸੀਂ ਦੇ ਸਕਦੇ ਹਾਂ ਕੈਸ਼, ਐਵੇਂ ਕੰਪੋਨੈਂਟ ਵਾਈਜ਼ ਹੁੰਦਾ ਹੈ, ਕੰਪੋਨੈਂਟ A ਕੰਪੋਨੈਂਟ B। ਬੀਜ ਹੁੰਦਾ ਵੀ ਅਗਰ ਤੁਸੀਂ ਯੂਰੀਆ DAP ਲੈ ਲਓ 9,000 ਦਾ 1 ਏਕੜ ਮਗਰ, ਔਰ 14,000 ਤੁਸੀਂ ਕੈਸ਼ ਲੈ ਸਕਦੇ ਹੋ, ਮਤਲਬ ਜਿਹੜਾ ਸੁਸਾਇਟੀ ਕ੍ਰੈਡਿਟ ਦੇਗੀ 1 ਏਕੜ ਦੇ ਮਗਰ। 1 ਏਕੜ ਮਗਰ 14,000 ਤੱਕ ਕ੍ਰੈਡਿਟ ਮਿਲ ਸਕਦਾ ਤੁਹਾਨੂੰ? ਹਾਂਜੀ ਕੈਸ਼। ਇਹ ਸਰ ਡਿਪੈਂਡ ਕਰਦਾ ਹਰ ਇੱਕ, ਵੈਸੇ ਤਾਂ ਇਹੀ ਸੈਟ ਰੂਲ ਹੈ, ਪਰ ਕਈ ਵਾਰ ਗਵਰਨਮੈਂਟ ਚੇਂਜ ਕਰ ਦਿੰਦੀ ਹੁੰਦੀ, ਇਹ ਗਵਰਨਮੈਂਟ ਦੇ ਉੱਪਰ ਡਿਪੈਂਡ ਹੈ, ਬਈ ਉਹਨਾਂ ਦੇ ਵੱਲੋਂ ਗਾਈਡਲਾਈਨਸ ਹੈ। ਇਹ ਜਨਰਲੀ ਤਾਂ ਇਹੀ ਹੁੰਦਾ 9,000 ਰੁਪਇਆ, ਤੁਸੀਂ 9,000 ਰੁਪਏ ਦਾ ਜਾਂ ਤੁਸੀਂ ਯੂਰੀਆ DAP ਲੈ ਲਓ, ਤੇ ਜਾਂ 14,000 ਦਾ ਕੈਸ਼ ਲੈ ਲਓ। ਓਕੇ ਰਾਈਟ, ਜਿਹਨਾਂ ਵਿੱਚੋਂ ਕੋਈ ਇੱਕ ਲੈ ਸਕਦਾ ਹੈ ਨਾ? ਹਾਂਜੀ। ਠੀਕ ਹੈ। ਜਾਂ ਫਰਟੀਲਾਈਜ਼ਰ ਲੈ ਲਓ ਜਾਂ ਕੈਸ਼ ਲੈ ਲਓ। ਹਾਂਜੀ। ਬਾਕੀ ਇਹਦੇ ਨਾਲ ਜੁੜਨ ਦਾ ਇਹੀ ਫਾਇਦਾ ਹੈ ਤੁਹਾਨੂੰ ਸਰ, ਐਗਰੀਕਲਚਰ ਡਿਪਾਰਟਮੈਂਟ ਔਨ ਦੀ ਸਪੋਟ ਉੱਥੇ ਹਰ ਆਲਮੋਸਟ 6 ਮੰਥਸ ਬਾਅਦ ਐਵੇਂ ਅਵੇਅਰਨੈਸ ਕੈਂਪ ਲੱਗਦੇ ਰਹਿੰਦੇ ਆ, ਤੇ ਉਹਦੇ 'ਚ ਤੁਹਾਨੂੰ ਦੱਸਦੇ ਆ ਵੀ ਅਗਰ ਸੋਇਲ ਦੀ ਕੁਆਲਿਟੀ ਕਿਵੇਂ ਹੈ, ਤੇ ਉਹ ਤੁਹਾਨੂੰ ਉਹਦੇ ਲਈ ਅਵੇਅਰਨੈਸ ਵੀ ਕਰਦੇ ਆ। ਓਕੇ। ਮਤਲਬ ਟ੍ਰੇਨਿੰਗ ਵੀ ਮਿਲਦੀ ਰਹਿੰਦੀ ਹੈ ਕੁਛ ਨਾ ਕੁਛ, ਜਿਹੜੇ ਵੀ ਸੁਸਾਇਟੀ? ਹਾਂਜੀ ਟ੍ਰੇਨਿੰਗ, ਹਾਂਜੀ ਸਰ। ਰਾਈਟ, ਠੀਕ ਹੈ। ਆਲ ਰਾਈਟ। ਮਤਲਬ ਕੋਆਪਰੇਟਿਵ ਸੁਸਾਇਟੀਜ਼ ਦੇ ਵਿੱਚ ਸਾਰੇ ਜਿਹੜੇ ਹੈਗੇ ਆ ਇਹਦੇ ਮੈਂਬਰ ਇਕੱਠੇ ਹੋ ਕੇ ਆਉਂਦੇ ਆ, ਔਰ ਇੱਕ ਵਾਰੀ ਪਹਿਲਾਂ ਆਪਣਾ ਪੈਸਾ ਲਗਾਉਂਦੇ ਆ, ਠੀਕ ਹੈ? ਹਾਂਜੀ। ਔਰ ਉਸ ਤੋਂ ਬਾਅਦ ਗਵਰਨਮੈਂਟ ਉਹਨਾਂ ਨੂੰ ਸਪੋਰਟ ਕਰਦੀ ਆ ਸਬਸਿਡੀਜ਼ ਦੇ ਕੇ, ਠੀਕ ਹੈ? ਔਰ ਪ੍ਰੈਫਰੈਂਸ ਵੀ ਦਿੰਦੀ ਆ। ਹਾਂਜੀ ਸਰ। ਆਲ ਰਾਈਟ, ਠੀਕ ਹੈ। ਔਰ ਤੁਹਾਡਾ ਕੰਮ ਰਹਿੰਦਾ ਇਹਨਾਂ ਸਾਰਿਆਂ ਦੀ ਰੈਗੂਲੇਸ਼ਨ ਕਰਨਾ, ਇੰਸਪੈਕਸ਼ਨ ਕਰਨਾ। ਹਾਂਜੀ ਸਰ। ਚਲੋ ਠੀਕ ਹੈ ਰਾਹੁਲ, ਸੋ ਵਧੀਆ ਲੱਗਾ ਤੁਹਾਡੇ ਨਾਲ ਇਹ ਸਾਰਾ ਕੁਝ ਜਾਣ ਕੇ। ਮੈਨੂੰ ਉਮੀਦ ਆ ਕਿ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਇਹਦੇ ਨਾਲ ਥੋੜਾ ਆਈਡੀਆ ਹੋ ਜਾਏਗਾ ਕਿ ਉਹ ਅਗਰ ਕੋਆਪਰੇਟਿਵ ਇੰਸਪੈਕਟਰ ਦੇ ਲਈ ਤਿਆਰੀ ਕਰ ਰਿਹਾ, ਸੋ ਅੱਗੇ ਉਹਨਾਂ ਦੀ ਜੌਬ ਪ੍ਰੋਫਾਈਲ ਕੀ ਰਹੇਗੀ, ਠੀਕ ਹੈ? ਕੀ ਉਹਨਾਂ ਨੂੰ ਪਲੱਸ ਪੁਆਇੰਟ, ਕੀ ਮਾਈਨਸ ਪੁਆਇੰਟ, ਤੁਸੀਂ ਇਹਦੇ ਉੱਤੇ ਵੀ ਜਿਹੜਾ ਹੈਗਾ ਵਾ ਚਾਨਣਾ ਪਾਇਆ।
ਸੋ ਥੈਂਕ ਯੂ ਅ ਲੋਟ ਸਾਡੇ ਚੈਨਲ ਦੇ ਉੱਤੇ ਆਉਣ ਦੇ ਲਈ।